ਉਹ ਠੀਕ ਜੇ ਬਹੁਤ ਬਹੁਤ ਇੱਥੇ ਪਹੁੰਚਣ ਤੇ ਤੁਹਾਨੂੰ ਮੁਬਾਰਕਾਂ ਜੀ। ਸਾਈਡ ਦੇ ਕੇ ਮੜਿਆ ਵੱਡੀ ਨੰਗਲ ਸਾਹਿਬ ਜਿੰਦਾਬਾਦ, ਵੱਡੀ ਨੰਗਲ ਸਾਹਿਬ ਜਿੰਦਾਬਾਦ, ਢਿੱਲੋਂ ਸਾਹਿਬ ਜਿੰਦਾਬਾਦ, ਢਿੱਲੋਂ ਸਾਹਿਬ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਕਲਾ ਸਾਹਿਬ ਉਹ ਠੀਕ ਜੇ ਚੜ੍ਹਦੀ ਕਲਾ ਫੋਟੋ ਲਾਓ ਸਰ ਖੜੇ ਹੋ ਫੋਟੋ ਲਗਾਏ ਚੌੜੇ ਰੋਕ ਬਣ ਗਏ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸਰਦਾਰ ਲੋਕੀ ਸਰਜੀ ਜਿੰਦਾਬਾਦ, ਨਹੀਂ ਉਦਾਂ ਹੀ ਢਿੱਲੋਂ ਸਾਹਿਬ ਜਿੰਦਾਬਾਦ, ਸਰਦਾਰ ਲਖਬੀਰ ਸਿੰਘ ਵੱਡੀ ਨੰਗਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਉਹ ਠੀਕ ਆ ਉੱਥੇ ਦੇ ਬੀਜੇਪੀ ਦਾ ਮਾਜਾ ਲੱਗ ਗਿਆ ਪਾਣੀ ਅੰਦਰ ਉੱਥੋਂ ਲੈ ਕੇ ਕੱਪ ਗਲਾਸ ਲਿਓ। जरा बेसन से हाथ में तरह तरह के पकौड़े बस रुक ਤੁਸੀਂ ਆ ਜਾਓ ਆਪੇ ਆएंगे सिद्धे
ਅੱਜ ਬੜਾ ਖੁਸ਼ੀਆਂ ਭਰਿਆ ਮੌਕਾ ਕਿ 10 ਸਾਲ ਦੀ ਮਾਰ ਪਈ ਸੀ ਸਰਕਾਰ ਦੇ ਵਿੱਚ ਵੀ ਸਾਨੂੰ ਤੇ ਵਾਅਦਾ ਵੀ ਸਾਨੂੰ ਕੋਈ ਵੀ ਹੌਸਲਾ ਦੇਣ ਵਾਲਾ ਨਹੀਂ, ਕਿਉਂਕਿ 2 ਵਾਰ ਅਸੀਂ ਹਾਰ ਚੁੱਕੇ ਹਾਂ। ਪਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਸਰਦਾਰ ਲੋਧੀ ਨੰਗਲ ਸਾਹਿਬ ਨੂੰ ਇੱਥੋਂ ਟਿਕਟ ਦੇ ਕੇ ਨਵਾਜਿਆ। ਇਹਨਾਂ ਦਾ ਹਲਕਾ ਵਾ, ਜਿਹੜੇ ਵੀ ਪਿੰਡ 'ਚ ਜਾਂਦੇ ਆ ਤੁਸੀਂ ਵੀ ਸੁਣਦੇ ਹੋ, ਇਕੱਠੇ ਹੋਏ ਹੋ ਸਿਰਫ ਇਹਨਾਂ ਦੇ ਪਿਆਰ ਸਦਕਾ। ਜਿਹੜੇ ਵੀ ਪਿੰਡ 'ਚ ਕਿਸੇ ਕਾਂਗਰਸੀ ਨੂੰ ਵੀ ਅਸੀਂ ਪੁੱਛਦੇ ਆ ਨਾ ਵੀ ਭਈ ਲੋਧੀ ਨੰਗਲ ਸਾਹਿਬ ਦਾ ਕੀ ਆ, ਉਹ ਕਹਿੰਦੇ ਆ ਘਰ ਬੈਠਿਆਂ ਹੀ ਜਿੱਤਦਾ। ਸਿਰਫ ਤੇ ਸਿਰਫ ਕੀ ਆ, ਇੱਕ ਇਮਾਨਦਾਰੀ ਆ, ਇੱਕ ਜੀ ਆਇਆਂ ਨੂੰ ਆ। ਜਦੋਂ ਵੀ ਜਾਂਦੇ ਆ ਸਾਨੂੰ ਇਹ ਉਸੇ ਵੇਲੇ ਮਾਣ ਤਾਣ ਦਿੰਦੇ ਨੇ, ਬੜਾ ਸਤਿਕਾਰ ਕਰਦੇ ਨੇ। ਕੰਮ ਵੇਖੋ ਭਾਵੇਂ ਹੋਵੇ ਜਾਂ ਨਾ ਹੋਵੇ, ਜਿਹੜਾ ਬੰਦਾ ਨਾਲ ਗਿਆ ਹੁੰਦਾ ਨਾ, ਜਦੋਂ ਉਹਨੂੰ ਵੀ ਸਤਿਕਾਰ ਦੇਦਾ ਨਾ ਤੇ ਉਹ ਵੀ ਕਹਿੰਦਾ ਵਾ ਵੀ ਬਹੁਤ ਵਧੀਆ ਲੀਡਰ ਆ। ਦੂਜੇ ਥਾਂ ਵੀ ਜਾਂਦੇ ਰਹੇ ਆ, ਚਲੋ ਉਹ ਹੁਣ ਕਹਾਣੀਆਂ ਉਹਨਾਂ ਦੀਆਂ ਖਤਮ ਨੇ, ਹੁਣ ਨਵੇਂ ਸਿਰਿਓਂ ਆਪਾਂ ਚੱਲੇ ਆ। ਮੈਂ ਆਪਣੇ ਭਰਾਵਾਂ ਨੂੰ ਇਹ ਗੱਲ ਕਹਾਂਗਾ ਕਿ ਸਾਰੇ ਜਣੇ ਤਗੜੇ ਹੋਈਏ, ਇੱਕ ਇੱਕ ਬੰਦਾ ਵੀ ਲਈਏ ਨਾ, ਉਹਨੂੰ ਵੀ ਆਖੀਏ ਇੱਕ ਬੰਦਾ ਲੈ, ਇੱਕ ਇੱਕ ਬੰਦੇ ਦਾ ਕਰਕੇ ਸਾਡਾ ਜਿੰਨੀਆਂ ਵੀ ਵੱਧ ਤੋਂ ਵੱਧ ਵੋਟਾਂ ਅਸੀਂ ਲੈ ਸਕਦੇ ਹਾਂ, ਇੱਕ ਇੱਕ ਨੂੰ ਪ੍ਰੇਮੀ ਬਣਾ ਕੇ ਉਹਨੂੰ ਅਸੀਂ ਲਵਾਂਗੇ। ਲੋਧੀ ਨੰਗਲ ਸਾਹਿਬ ਸਾਡਾ ਕਿਸੇ ਬੰਦੇ ਨਾਲ ਕੋਈ ਵੈਰ ਨਹੀਂ ਜੀ, ਕੋਈ ਪਾਰਟੀ ਬਾਜੀ ਨਹੀਂ ਵੀ ਭਾਈ ਇਹਨੂੰ ਗਾਂਹ ਕਰ ਦਿੱਤਾ ਤੁਸੀਂ, ਇਹਨੂੰ ਪਿਛਾਂਹ ਸੁੱਟਣ ਡਏ ਹੋ। ਅਸੀਂ ਜ਼ੋਰ ਲਾਉਣਾ ਸਾਰਿਆਂ ਬੰਦਿਆਂ। ਤੁਸੀਂ ਮੁੜ ਕੇ ਵੇਖਣਾ ਵਾ ਵੀ ਠੀਕ ਆ ਵੀ ਕਿੰਨੇ ਮਿਹਨਤ ਕੀਤੀ ਆ, ਉਹ ਬੰਦੇ ਨੂੰ ਮਿਹਨਤ ਦਾ ਫਲ ਮਿਲਣਾ। ਅਸੀਂ ਨਹੀਂ ਪਹਿਲਾਂ ਚਾਹੁੰਦੇ ਕੋਈ ਵੀ ਕਿਸੇ ਗੱਲ ਦੇ, ਕੋਈ ਵੀ ਨਹੀਂ ਕੋਈ ਗੱਲ ਵੀ। ਹਰ ਪਾਸੇ ਹਰ ਪਿੰਡ 'ਚ ਜਿੱਥੇ ਜਿੱਥੇ ਵੀ ਸਾਡਾ ਜ਼ੋਰ ਚੱਲੂਗਾ, ਅਸੀਂ ਭਈ ਸਾਰਿਆਂ ਬੰਦਿਆਂ ਨੇ ਜ਼ੋਰ ਲਾਉਣਾ ਕਿ ਲੋਧੀ ਨੰਗਲ ਸਾਹਿਬ ਨੂੰ ਵੱਧ ਤੋਂ ਵੱਧ ਲੀਡ ਨਾਲ ਆਪਣੇ ਪਿੰਡ 'ਚੋਂ, ਸਾਡੇ ਪਿੰਡ ਮੂਲਿਆਂਵਾਲ 'ਚੋਂ, ਮੂਲਿਆਂਵਾਲ ਖੁਰਦ 'ਚੋਂ, ਧੌਲਪੁਰ 'ਚੋਂ, ਸਨਈਏ 'ਚੋਂ, ਤਲਵੰਡੀ ਲਾਲ ਸਿੰਘ 'ਚੋਂ, ਜਿੰਨੇ ਵੀ ਸਾਡੇ ਲਾਗੇ ਛਾਗੇ ਪਿੰਡ ਨੇ, ਵੱਧ ਤੋਂ ਵੱਧ ਵੋਟਾਂ ਨਾਲ ਇਹਨਾਂ ਨੂੰ ਜਿਤਾ ਕੇ ਘੱਲੀਏ। ਤੇ ਆਉਣ ਵਾਲੇ ਸਾਡੇ ਮੰਤਰੀ ਨੇ, ਆਉਣ ਵਾਲੇ ਸਾਡੇ ਮੰਤਰੀ ਨੇ ਜੋ ਕੁਝ ਵੀ ਤੁਸੀਂ ਆਖੋਗੇ ਇਹ ਕਰਨ ਨੂੰ ਤਿਆਰ ਨੇ। ਬਹੁਤ ਵਧੀਆ ਲੀਡਰ ਸਾਨੂੰ ਮਿਲੇ ਨੇ। ਅਸੀਂ ਫੇਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਇਹਨਾਂ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਮੈਂ ਭਾਜੀ ਸੰਦੀਪ ਸਿੰਘ ਹੋਰਾਂ ਨੂੰ ਕਹਾਂਗਾ ਵੀ ਤੁਸੀਂ ਵੀ ਜਰਾ 2 ਮਿੰਟ ਆਓ। ਭਾਈ ਸਰਪੰਚ ਸਾਹਿਬ ਤਲਵੰਡੀ ਲਾਲ ਸਿੰਘ ਤੋਂ ਅਸੀਂ ਬਹੁਤੀਆਂ ਗੱਲਾਂ ਨਹੀਂ ਕਰਦੇ, ਦਿਨ ਰਾਤ ਇੱਕ ਕਰਾਂਗੇ। ਜੇ ਸਾਡੇ ਪਿੰਡੋਂ ਅੱਗੇ 500 ਜਾਂ 100 ਤੇ ਜਿੱਤਦਾ ਸੀ ਜਾਂ 150 ਤੇ ਜਿੱਤਦਾ ਸੀ, ਅੱਜ ਤੱਕ 300-400 ਦੀ ਲੀਡ ਕੱਢ ਕੇ ਦਾਂਗੇ ਤੁਹਾਨੂੰ। ਬੋਲੇ ਸੋਨਹਾਲ। ਆਪਾਂ ਇਹ ਨਹੀਂ ਕਹਿੰਦੇ, ਪਰ ਜਿੱਦਣ ਰਿਜ਼ਲਟ ਨਿਕਲੇਗਾ ਸਾਡਾ ਰਿਜ਼ਲਟ ਬੋਲੇਗਾ ਵੀ ਆਪਾਂ ਕੀ ਕੀਤਾ ਸਨੇਹੇ 'ਚ। ਨੇਰ ਪਾ ਦਾਂਗੇ ਸਨੇਹੇ 'ਚ, ਕਿਉਂਕਿ ਸਾਨੂੰ ਪਤਾ ਵਾ ਕਿ ਸਾਡੇ ਪਿੰਡ 'ਚ ਕਾਂਗਰਸ ਨੇ ਕੀਤਾ ਕੀ ਆ ਤੇ ਕਰਾਇਆ ਕੀ ਆ ਤੇ ਹੋਣਾ ਕੀ ਹੋਣਾ। ਇਸ ਕਰਕੇ ਆਪਾਂ ਆਪਣੇ ਪਿੰਡ ਵੱਲੋਂ ਉਹ ਪੂਰੀ ਸਮੁੱਚੀ ਸਾਡੀ ਟੀਮ ਵੱਲੋਂ ਤੁਹਾਨੂੰ ਫੇਰ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ। ਤੁਹਾਡਾ ਇਸ ਹਲਕੇ 'ਚ ਆਉਣਾ, ਇਸ ਪਿੰਡਾਂ ਵਿੱਚ ਆਉਣਾ ਔਰ ਸਾਡੇ ਵਿੱਚ ਆਉਣਾ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਮਿਹਰਬਾਨੀ ਜੀ। ਬਣਨ ਵਾਲੇ ਮੰਤਰੀ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਸਾਹਿਬ ਤੇ ਉਹਨਾਂ ਦੇ ਨਾਲ ਸਾਡੇ ਗਵਾਂਢ, ਸਾਡੇ ਵੱਡੇ ਵੀਰ ਇਕੱਠੇ ਅਸੀਂ ਪੜ੍ਹਦੇ ਰਹੇ, ਸੰਦੀਪ ਸਿੰਘ ਰੰਧਾਵਾ ਤੇ ਤਰਜਿੰਦਰ ਸਿੰਘ ਰੰਧੇ ਤੇ ਮੇਰੇ ਪਿੰਡ ਦੀ ਤੇ ਬਾਹਰੋਂ ਆਈ ਸੰਗਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਇੱਥੇ ਅਸੀਂ ਕੋਈ ਜ਼ਿਆਦਾ ਨਹੀਂ ਬੋਲਣਾ, ਉਹ ਤੇ ਸਾਰਾ ਇਹਨਾਂ ਦੱਸ ਹੀ ਦਿੱਤਾ। ਲੋਧੀ ਨੰਗਲ ਸਾਹਿਬ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਾਂ
ਬਟਾਲੇ ਲੋਕਾਂ ਦੀ ਕੀ ਸਾਡੀ ਵੀ ਇਹੋ ਹੀ ਧਾਰਨਾ ਹੈ ਵੀ ਇੱਥੇ ਕੋਈ ਸਿੱਖ ਚਿਹਰਾ MLA ਨਹੀਂ ਬਣ ਸਕਦਾ, ਇੱਥੇ ਹਿੰਦੂ ਚਿਹਰਾ ਹੀ MLA ਬਣ ਸਕਦਾ ਵਾ। ਪਰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਉੱਤੇ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿ ਇਹ ਪਹਿਲੇ ਸ਼ਖਸ ਨੇ ਜਿਹੜੇ ਉੱਥੇ MLA ਬਣੇ, ਤੇ ਹੁਣ ਇਹਨਾਂ ਤੇ ਗੁਰੂ ਮਹਾਰਾਜ ਨੇ ਉਸ ਤੋਂ ਵੱਡੀ ਕਿਰਪਾ ਕਰਤੀ ਵੀ ਇਹ ਆਪਣੇ ਘਰ ਵਾਪਸ ਆ ਗਏ ਨੇ। ਇੱਥੇ ਉਹ ਟਾਈਮ MLA ਬਣੇ ਜਦੋਂ ਕਿ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਇਹਨਾਂ ਤੋਂ 2-2 3-3 4-4 ਵਾਰਾਂ ਮੰਤਰੀ ਬਣ ਚੁੱਕੇ ਸੀ ਉਹ ਵੀ ਸਾਰੇ ਹਾਰ ਗਏ। ਇਹ MLA ਸਾਹਿਬ ਉਦੋਂ ਬਣੇ ਸੀ। ਹੁਣ ਤੇ ਇਹਨਾਂ ਦਾ ਉਤਰਾ ਵੀ ਸੀਨੀਅਰਟੀ ਦੇ ਹਿਸਾਬ ਨਾਲ ਵੀ ਇਹ ਮੰਤਰੀ ਬਣਨਾ ਵਾ। ਬਾਕੀ ਸਾਰੇ ਹਰ ਇੱਕ ਦੀ ਆਵਾਜ਼ ਆ ਵੀ ਲੋਧੀ ਨੰਗਲ ਸਾਹਿਬ ਮੰਤਰੀ ਬਣ ਗਏ। ਬਾਕੀ ਇਹਨਾਂ ਨੂੰ ਅਸੀਂ ਸ਼ਰਤਾਂ ਤੇ ਬਾਅਦ 'ਚ ਦੱਸਾਂਗੇ ਜਦੋਂ ਇਹ ਬਣ ਗਏ ਮੰਤਰੀ। ਪਰ ਹੁਣ ਮੈਂ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦਾ ਵੀ ਜਿੱਥੇ ਜਿੱਥੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਜਿੱਥੇ ਵੀ ਕੋਈ ਹੈਗੀ ਰਿਸ਼ਤੇਦਾਰੀ, ਉੱਥੇ ਹਰ ਇੱਕ ਨੂੰ ਮੋਟੀਵੇਟ ਕਰਕੇ ਇਹੋ ਹੀ ਕਹਿਣਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਲਖਬੀਰ ਸਿੰਘ ਜੀ ਲੋਧੀ ਨਗਰ ਸਾਹਿਬ, ਇਹਨਾਂ ਨੂੰ ਵੱਧ ਤੋਂ ਵੱਧ ਪਵਾਓ ਤਾਂ ਕਿ ਇਹਨਾਂ ਦੀ ਸਰਕਾਰ ਬਣੇ, ਇਹਨਾਂ ਦੀ ਸਾਡੀ ਸਰਕਾਰ ਬਣੇ। ਉਹਨਾਂ ਵਿੱਚ ਪਹਿਲੇ ਨੰਬਰ ਦੇ ਮੰਤਰੀ ਬਣ, ਫਿਰ ਅਸੀਂ ਆਪਣੇ ਸਾਰੇ ਇਹਨਾਂ ਨੂੰ ਦੁੱਖ ਸੁੱਖ ਸਾਰੇ ਦੱਸਾਂਗੇ। ਜੋ ਇਹਨਾਂ ਕੋਲ ਕੰਮ ਲੈਣੇ ਉਹ ਤੇ ਬਾਅਦ ਦੀਆਂ ਗੱਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਭਾਜੀ ਲਖਬੀਰ ਸਿੰਘ ਜੀ ਲੋਧੀ ਨੰਗਲ, ਜਿਨ੍ਹਾਂ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਵਜੋਂ ਉਤਾਰਿਆ ਹੈ। ਭਾਜੀ ਤਰਜਿੰਦਰ ਸਿੰਘ ਜੀ ਰੰਦੇਵ, ਜਿਨ੍ਹਾਂ ਦੇ ਅਸੀਂ ਗ੍ਰਹਿ ਵਿਖੇ ਬੈਠੇ ਹਾਂ। ਥੋਮਸ ਜੀ, ਰਾਣਾ ਜੀ ਸੈਕਟਰੀ ਸਾਹਿਬ ਤੇ ਚੀਮਾ ਸਾਹਿਬ, ਜਿਹੜੇ ਕਿ ਲੋਧੀ ਨੰਗਲ ਸਾਹਿਬ ਦੇ ਬੜੇ ਗੂੜੇ ਸਾਥੀ ਬਣ ਗਏ। ਕਦੀ ਸਾਡੇ ਵੀ ਇਹ ਮਿੱਤਰ ਹੁੰਦੇ ਸੀ ਬਟਾਲੇ। ਜਦੋਂ ਮੈਨੂੰ ਮੌਕਾ ਮਿਲਿਆ ਸੀ ਉੱਥੇ ਇਲੈਕਸ਼ਨ ਲੜਨ ਦਾ, ਸਾਡਾ ਨੌਜਵਾਨ ਸਰਪੰਚ ਲਖਵਿੰਦਰ ਸਿੰਘ ਜੀ, ਜੇਈ ਸਾਹਿਬ, ਬਮਰਾ ਸਾਹਿਬ, ਭਾਜੀ ਸਾਬੀ ਬਾਜਵਾ ਸਾਹਿਬ ਸਨਈਏ ਤੋਂ, ਤੇ ਸਮੁੱਚੀ ਸੰਗਤ ਪਿੰਡ ਮੂਲਿਆਂਵਾਲ ਦੀ ਸਨਈਏ ਦੀ ਗੁਰੂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 2 ਮਿੰਟ ਵੱਧ ਲੈਣੇ ਆ ਕਿਉਂਕਿ ਮੇਰਾ ਜੀ ਕਰਦਾ ਮੈਂ ਕੁਝ ਥੋੜਾ ਜਿਹਾ ਪਛਾਣ ਨੂੰ ਜਾਵਾਂ। ਸਨ 85 ਦੇ ਵਿੱਚ ਅਸੀਂ ਬੇਰਿੰਗ ਕਾਲਜ ਪੜ੍ਹਦੇ ਸੀ। ਅਜੇ ਨਵੇਂ ਅਸੀਂ ਉਦੋਂ ਪੜ੍ਹਨ ਸ਼ੁਰੂ ਕੀਤਾ ਸੀ। ਉਸ ਵੇਲੇ ਇਲੈਕਸ਼ਨ ਹੋਈ ਸੀ ਪੰਜਾਬ ਦੀ, ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਬਣੇ ਸੀ, ਤੇ ਸਾਡੇ ਇਸ ਹਲਕੇ ਦੇ ਵਿੱਚੋਂ ਸਰਦਾਰ ਮਹਿੰਦਰ ਸਿੰਘ ਸਰੂਪਵਾਲੀ ਨੇ ਉਦੋਂ ਬਾਈਕਾਟ ਕਰ ਦਿੱਤਾ। ਭਾਜੀ ਨੇ ਆਜ਼ਾਦ ਇਲੈਕਸ਼ਨ ਲੜੀ। ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਕੁਲਵੰਤ ਸਿੰਘ ਜੀ ਬੋਪਾ ਰਾਏ, ਜਿਹੜੇ ਕਾਦੀਆਂ ਤੋਂ, ਉਹਨਾਂ ਨੂੰ ਉਮੀਦਵਾਰ ਬਣਾਇਆ। ਪਰ ਉਸ ਵੇਲੇ ਆਜ਼ਾਦ ਕੈਂਡੀਡੇਟ ਦਾ ਸਿਰਫ 2000 ਦੇ ਕਰੀਬ ਫਰਕ ਰਹਿ ਗਿਆ ਸੀ, ਤੇ ਉਸ ਵੇਲੇ ਵੀ ਭਾਜੀ ਇਸ ਸਮਰੱਥਾ 'ਚ ਆ ਗਏ ਸੀ ਵੀ ਜੇ ਕਿਤੇ 2-4 ਦਿਨ ਇਲੈਕਸ਼ਨ ਦਾ ਹੋਰ ਵਕਫਾ ਵੱਧ ਪੈ ਜਾਂਦਾ ਤੇ ਸ਼ਾਇਦ ਇਹ ਉਦੋਂ ਸਾਡੇ ਇਸ ਹਲਕੇ ਦੇ ਆਜ਼ਾਦ ਉਮੀਦਵਾਰ ਹੁੰਦੇ। ਕਿਉਂਕਿ ਜਦੋਂ ਸਰੂਪਵਾਲੀ ਸਾਹਿਬ ਦੇ ਨਾਲ ਸਨ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਲੋਕਾਂ ਦੇ ਨਾਲ ਅਥਾਹ ਪਿਆਰ ਬਣਾਇਆ, ਔਰ ਉਸ ਪਿਆਰ ਦਾ ਇਹਨਾਂ ਨੂੰ ਰਿਵਾਰਡ ਮਿਲਿਆ। ਫਿਰ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਸਨ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸਾਡੀ ਭਾਰਤੀ ਫੌਜ ਨੇ, ਤੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਸਨ ਉਹਨਾਂ ਨੂੰ ਟੌਰਚਰ ਕੀਤਾ, ਔਰ ਕਈ ਬੱਚੇ ਜਿਹੜੇ ਸੀ ਉਸ ਵੇਲੇ ਗਲਤ ਪਾਸੇ ਤੁਰ ਗਏ। ਉਹਨਾਂ ਬੱਚਿਆਂ ਦੀ ਰਾਖੀ, ਉਹਨਾਂ ਪਰਿਵਾਰਾਂ ਦੀ ਰਾਖੀ ਰਾਤ ਦਿਨ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ ਨੇ ਕੀਤੀ। ਔਰ ਜਿਸ ਵੀ ਫੰਕਸ਼ਨ ਦੇ ਵਿੱਚ, ਜਿਸ ਵੀ ਇਹ ਪਿੰਡ ਦੇ ਵਿੱਚ ਜਾਂਦੇ ਨੇ, ਕੋਈ ਨਾ ਕੋਈ ਰਿਸ਼ਤੇਦਾਰ ਭੈਣ ਭਰਾ ਇੱਥੇ ਬੈਠਿਆ ਇੱਕ ਟੈਲੀਫੋਨ ਆਇਆ, ਔਰ ਉਹ ਵੀ ਇਹ ਕਹਿ ਰਿਹਾ ਸੀ ਜੀ ਮੈਨੂੰ ਤੁਸੀਂ ਬੀਕੋ ਦੇ ਵਿੱਚੋਂ ਛਡਾਇਆ। ਮੈਂ ਥੋੜਾ ਜਿਹਾ ਇਸ ਕਰਕੇ ਆਪ ਜੀ ਨੂੰ ਇਹਨਾਂ ਦੀ ਬਰੀਫ ਹਿਸਟਰੀ ਇਸ ਕਰਕੇ ਦੱਸੀ ਹੈ ਕਿ ਇਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਆ, ਕਿਉਂਕਿ
ਕਿਸੇ ਸਿਆਸੀ ਪਰਿਵਾਰ ਨਾਲ ਇਹਨਾਂ ਦਾ ਕੋਈ ਤਲਕ ਨਹੀਂਗਾ। ਇਹ ਤੁਹਾਡੇ ਮੇਰੇ ਵਿੱਚੋਂ ਉੱਠ ਕੇ ਨਾ, ਜਿੱਦਾਂ ਕਹਿੰਦੇ ਜਿਨ੍ਹਾਂ 'ਚ ਲੀਡਰਸ਼ਿਪ ਕੁਆਲਿਟੀ ਸੀਗੀਆਂ, ਉਹ ਹੌਲੀ ਹੌਲੀ ਉਹਨਾਂ ਨੇ ਆਪਣੀ ਲੋਕਾਂ ਦੇ ਵਿੱਚ ਹੋਂਦ ਬਣਾ ਕੇ ਔਰ ਲੋਕਾਂ ਦੇ ਵਿੱਚ ਵਿਚਰ ਕੇ ਆਪਣਾ ਨਾਂ ਬਣਾ ਕੇ ਇਸ ਲੈਵਲ ਤੇ ਪਹੁੰਚੇ ਨੇ। ਮੈਨੂੰ ਯਾਦ ਹੈ 1990 ਦੇ ਵਿੱਚ ਲੋਧੀਨਗਰ ਸਾਹਿਬ, ਮੈਂ ਬਾਦਲ ਸਾਹਿਬ ਦੀ ਕੋਠੀ ਗਿਆ, ਉਦੋਂ ਇਲੈਕਸ਼ਨ ਸੀ। ਇਸ ਕਾਦੀਆਂ ਹਲਕੇ 'ਚੋਂ ਸਾਡਾ ਪਿੰਡ ਤੇ ਬਟਾਲੇ ਨਾਲ ਸੀ, ਕਾਦੀਆਂ ਹਲਕੇ ਸਰਦਾਰ ਕੁਲਬੀਰ ਸਿੰਘ ਰੰਧਾਵਾ ਉਹ ਉਮੀਦਵਾਰ ਸਨ। ਮੈਨੂੰ ਅਜੇ ਵੀ ਉਹ ਸਮਾਂ ਯਾਦ ਹੈ, ਮੈਂ ਤੁਹਾਨੂੰ ਆ ਕੇ ਦੱਸਿਆ ਵੀ ਸੀ। ਬਾਦਲ ਸਾਹਿਬ ਨੇ ਪੁੱਛਿਆ ਜੀ ਲਖਬੀਰ ਸਿੰਘ ਢਿੱਲੋਂ ਦਾ ਕੀ ਹਾਲ, ਲੋਧੀ ਨੰਗਲ ਨਹੀਂ ਕਿਹਾ, ਲਖਬੀਰ ਸਿੰਘ ਢਿੱਲੋਂ ਦਾ ਕੀ ਹਾਲ ਹੈ? ਤੇ ਭਾਜੀ ਕੁਲਬੀਰ ਨੇ ਕਿਹਾ ਕਿ ਨਹੀਂ ਜੀ ਉਹਨਾਂ ਦੀ ਤੇ ਕੋਈ ਹੈ ਨਹੀਂ ਉਸ ਇਲਾਕੇ 'ਚ। ਮੈਂ ਕਿਹਾ ਜਿਹੜਾ ਚੇਚਾ ਇਹਨਾਂ ਦਾ ਨਾਂ ਪੁੱਛਿਆ, ਮੈਂ ਕਿਹਾ ਜੀ ਉਹਨਾਂ ਦਾ ਹਾਲ ਬਹੁਤ ਚੰਗਾ, ਪਰ ਸਾਡੀ ਖੇਡ ਉਹਨਾਂ ਦੇ ਉੱਤੋਂ ਦੀ ਆ, ਕਿਉਂਕਿ ਅਸੀਂ ਵੀ ਇਹੋ ਜਿਹਾ ਪ੍ਰਭਾਵ ਪਾ ਕੇ ਵਾਪਸ ਨਹੀਂ ਸੀ ਆਉਣਾ ਚਾਹੁੰਦੇ ਕਿ ਉਹਨਾਂ ਨੂੰ ਲੱਗੇ ਵੀ ਸਾਡਾ ਕੈਂਡੀਡੇਟ ਵੀਕ ਆ। ਔਰ ਆ ਜਿਹੜੇ ਪਿੰਡ ਸੀ ਨਾ ਜੀ, ਮੂਲਿਆਂਵਾਲ ਹੋ ਗਿਆ, ਤਲਵੰਡੀ ਲਾਲ ਸਿੰਘ ਹੋ ਗਿਆ, ਸਨਈਆ ਹੋ ਗਿਆ, ਇਹ ਕਦੀ ਕਿਸੇ ਸਾਰੇ ਪਿੰਡ ਜਿਹੜੇ ਸੀ ਇਹ ਕਾਂਗਰਸ ਬੈਲਟ ਖਵਾਈ ਜਾਂਦੀ ਸੀ। ਪਰ ਮੂਲਿਆਂਵਾਲ ਦੇ ਵਿੱਚ ਅੱਜ ਵੀ ਮੈਨੂੰ ਯਾਦ ਆ, ਸਾਡੇ ਸਤਿਕਾਰਯੋਗ ਅੰਕਲ ਜੀ ਸਰਦਾਰ ਜਰਨੈਲ ਸਿੰਘ ਤੇ ਸਾਡੇ ਇਧਰੋਂ ਸਰਦਾਰ ਨਾਨਕ ਸ਼ਰਨ ਸਿੰਘ, ਇਹ ਦੋ ਐਸੇ ਇਨਸਾਨ ਸਨ ਜਿਨ੍ਹਾਂ ਮੂਲਿਆਂਵਾਲ ਦੇ ਵਿੱਚ ਅਕਾਲੀ ਦਲ ਦਾ ਦੀਵਾ ਬਾਲ ਕੇ ਰੱਖਿਆ। ਕਿਉਂਕਿ ਇਹ ਬਟਾਲੇ ਦੇ ਨਾਲ ਪਿੰਡ ਸਨ। ਸਾਡਾ ਆਪਣਾ ਪਿੰਡ ਤਲਵੰਡੀ ਲਾਲ ਸਿੰਘ ਜਿਹੜਾ ਸੀ, ਉੱਥੇ ਅਕਾਲੀ ਦਲ ਦਾ ਜਾਂ ਦੂਸਰੀ ਕਿਸੇ ਪਾਰਟੀ ਦਾ ਬੂਥ ਹੀ ਨਹੀਂ ਸੀ ਲੱਗਦਾ ਹੁੰਦਾ, ਇਹੋ ਜਿਹਾ ਸਮਾਂ ਸੀ। ਪਰ ਹੌਲੀ ਹੌਲੀ ਲੋਧੀ ਨੰਗਲ ਸਾਹਿਬ ਆਹ ਮਿਹਨਤ ਕਰਕੇ ਆਪਣੇ ਪਿੰਡੋਂ ਅਸੀਂ 97 ਤੋਂ ਬਾਅਦ ਅਕਾਲੀ ਦਲ ਨੂੰ ਹਾਰਨ ਨਹੀਂ ਦਿੱਤਾ। ਉਹ ਵੱਖਰੀ ਗੱਲ ਆ ਕਿ ਕਈ ਵਾਰੀ ਲੀਡਰਾਂ ਨੂੰ ਇਹ ਫਿਕਰ ਪੈ ਜਾਂਦਾ ਕਿ ਇਹ ਇਹੋ ਜਿਹੀ ਸਪੀਡ ਨਾਲ ਉੱਠੇ ਆ ਕਿਤੇ ਸਾਡੇ ਅੱਗੇ ਹੀ ਨਾ ਆ ਜਾਣ। ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਯਕੀਨ ਹੀ ਆ ਕਿ ਜਦੋਂ 2011 ਦੇ ਵਿੱਚ ਮੇਰੀ ਟਿਕਟ ਭਾਜੀ ਨੇ ਉਦੋਂ ਉੱਥੇ ਸਾਡੀ ਓਕੇ ਹੋ ਗਈ, ਲਿਸਟਾਂ ਦੇ ਵਿੱਚ ਨਾਂ ਪੈ ਗਿਆ। ਪਰ ਉਸ ਵੇਲੇ ਇਹ ਗੱਲ ਚੱਲਦੀ ਸੀ ਵੀ ਟਿਕਟ ਉਹਨੂੰ ਮਿਲੇਗੀ ਸ਼੍ਰੋਮਣੀ ਕਮੇਟੀ ਦੀ ਜਿਹਨੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਇਲੈਕਸ਼ਨ ਲੜਨੀ। ਪਰ ਮੈਂ ਅੱਜ ਆਪਣੀ ਪੁਰਾਣੀ ਹਿਸਟਰੀ ਵੇਖ ਕੇ ਇਹ ਗੱਲ ਵੇਖਦਾ ਸੀ ਵੀ 10 ਸਾਲ ਬਾਅਦ ਉਹ ਸਮਾਂ ਬਦਲਿਆ, तो साड़ियाँ टिकटा टुकटा तो खत्म हो गई, पर यह भी वो जो उदों उन्होंने अनुभव होंदा सी भी ये वो इंसान इत्थे आएगा जिन्हें श्रोमणी कमेटी दी टिकटां जिहड़ी उहदे आखे लगनी आ। उस वेले दा समा ते अज दा समा बिल्कुल तब्दील हो गया। समा किसी नूं माफ़ नहीं करता। तुसीं चंगे काम कीते सी, तुहानूं बटाले वर्गे जिथे कांग्रेस डोमीनेटिंग एरिया और उत्थे एक जिहड़ी सारिआं नूं वड्डी माड़ी गल है बटाले शहर दे विच फिरका प्रस्त आ जिहड़ा कि जदों उस तरह सारे परिवार एक दूजे नाल मिलते गिलते आ, बड़ा एक दूजे नाल सत्कार करते आ, पर जदों टाइम आउंदा ना इलैक्शनां दा फिर उत्थे एक बिगल हिंदू सिख दा वजदा। उस वेले दी स्थिति जिहड़ी आ बटाले दे विच मैं समझना बड़ी ही माड़ी आ, निंदनयोग आ वो स्थिति भी। तुसीं असीं जदों सानू रब ने असी कोई साडा जन्म सिख परिवार च हो गया, कोई हिंदू परिवार च हो गया, ये काहदा वितकरा इंसान बनाया रब नूं। पर बटाले शहर दे विच जदों कांग्रेस वालियां नूं कोई हथियार नहीं लभदा उदों फिर ये भी टीका लाउंदे आ नाड़ दे विच कि तूं हिंदू आ, तूं ते कदी अकाली दल नूं वोट ही नहीं पाउणी। पर असीं तुहाडे धन्नवादी आ भी तुसीं उन्हां दा भी दिल जित्तिया और बटाले दे विच तुसीं बतौर MLA तौर ते उत्ते रहे हो और अज भी तुहाडे जिहड़े उत्थे कीते काम आ लोग उन्हां नूं याद करदे ने। तुसीं साडे हलके दे विच आए हो। जे असीं कांग्रेस दी गल करिए 5 सालां दी ते मेरा कोई सज्जण सी वो मैनूं कहिंदा यार गल इह आ भी असीं ते कांग्रेसी आ। मैं कहा तुहाडे कोल ते पज ही बड़ा वधिया,
ਬਾਜਵਾ ਸਾਹਿਬ ਨੇ 4.5 ਸਾਲ ਮੁੱਖ ਮੰਤਰੀਸ਼ਿਪ ਕੀਤੀ ਆ ਤੇ ਕੈਪਟਨ ਨਾਲ ਮੂੰਹ ਵੱਟਣ ਲੱਗਿਆ ਮਿੰਟ ਨਹੀਂ ਲਾਇਆ। ਤੁਸੀਂ ਵੀ ਮਿੰਟ ਨਾ ਲਾਓ। ਤੁਸੀਂ ਉਹਨਾਂ ਨੂੰ ਇਹ ਗੱਲ ਆਖੋ ਵੀ ਤੂੰ ਨਹੀਂ ਉਹਦਾ ਬਣਿਆ ਤੇ ਅਸੀਂ ਤੇਰੇ ਕਿਤਨਾ ਬਣ ਜੀ। ਸਿਰਫ ਸੈਲਫਿਸ਼ ਮੋਟੋ ਆ। ਅੱਗੇ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਵੀ 4.5 ਸਾਲ ਤੇ ਅਸੀਂ ਮੁੱਖ ਮੰਤਰੀਸ਼ਿਪ ਹੰਡਾਈ ਆ, ਉਹ ਸਾਰਾ ਚਿੱਕੜ ਕੈਪਟਨ ਤੇ ਸੁੱਟਤਾ ਵੀ ਗੁਟਕੇ ਦੀ ਸਹੁੰ ਵੀ ਉਹਨੇ ਖਾਧੀ ਆ, ਉਹਨੇ ਕੰਮ ਨਹੀਂ ਜੀ ਕੋਈ ਕੀਤਾ। ਪਰ ਆ ਜਿਹੜੀ ਟੀਮ ਪਿਛਲੇ ਬੰਨੇ ਖਲੋਤੀ ਆ, ਮੇਰੇ ਵੀਰ ਨੇ ਅੱਗੇ ਗੱਲ ਕੀਤੀ ਸੀ, ਉਹਨਾਂ ਦੇ ਵਿੱਚ ਕਿਸੇ ਨੇ ਹੱਥ ਧਵਾਏ ਆ, ਕਿਸੇ ਨੇ ਗੁਟਕਾ ਫੜਾਇਆ, ਉਹ ਵੀ ਉਹਨੇ ਭਾਗੀਦਾਰ ਨੇ, ਉਹ ਵੀ ਉਹਨੇ ਗਨਾਈ ਨੇ, ਜਿਨ੍ਹਾਂ ਨੇ ਸਹੁੰ ਖੋਣ ਵਾਸਤੇ ਮਾਸਾ ਗਰੇਜ ਨਹੀਂ ਕੀਤਾ। ਆਪਾਂ ਵੇਖੋ ਪਿੰਡਾਂ ਦੇ ਵਿੱਚ ਕਈ ਵਾਰੀ ਸਥਿਤੀ ਇਦਾਂ ਦੀ ਆ ਜਾਂਦੀ ਆ, ਸਹੁੰ ਨਿਆਂ ਤੇ ਗੱਲ ਆ ਜਾਂਦੀ ਆ। ਜਿਹੜੇ ਸਿਆਣੇ ਪਿੰਡ ਦੇ ਬਜ਼ੁਰਗ ਹੁੰਦੇ ਆਂਦੇ ਸਹੁੰ ਨਾ ਖਾਇਓ, ਸਹੁੰ ਬੜੀ ਮਾੜੀ ਹੁੰਦੀ ਜੇ, ਝੂਠੀ ਵੀ ਤੇ ਸੱਚੀ ਵੀ। ਜੋ ਦੇਣਾ ਲੈਣਾ ਦੇ ਦਿਓ, ਕੰਮ ਮੁਕਾ ਲਓ, ਸਹੁੰ ਵੱਲ ਨਾ ਜਾਇਓ, ਔਰ ਉਸ ਸਹੁੰ ਦਾ ਪਾਪ ਲੱਗਣਾ। ਮਤ ਸਮਝਣੇ ਕਾਂਗਰਸੀ ਵੀ ਸਾਡੇ ਐਨੀ ਜੀ ਪੱਤਾ ਖੇਡ ਲਿਆ, ਚੰਨੀ ਨੂੰ ਲੈਣ ਦਾ ਉਹ ਕਰ ਲਿਆ, ਜੇ ਕਰਤਾ, ਸਹੁੰ ਦਾ ਪਾਪ ਲੱਗਣਾ। ਉਹਦੀ ਜਿਹੜੀ ਆ ਨਾ ਕਚਹਿਰੀ ਉਤਲੇ ਦੀ, ਉਹਦੇ ਚੋਂ ਨਹੀਂ ਜੇ ਕਿਸੇ ਨੇ ਬਖਸ਼ੇ ਜਾਣਾ। ਬੱਚਿਆਂ ਨੂੰ ਲਾਰਾ ਲਾਇਆ ਸੀ ਕਿ ਤੁਹਾਨੂੰ ਅਸੀਂ ਘਰ ਘਰ ਨੌਕਰੀ ਦੇਵਾਂਗੇ, ਅਸੀਂ ਜ਼ਿਮੀਂਦਾਰਾਂ ਦੇ ਕਰਜ਼ੇ ਮਾਫ ਕਰਾਂਗੇ, ਅਸੀਂ ਸਾਰੀਆਂ ਲੀਕਾਂ ਫੇਰਾਂਗੇ। ਔਰ ਕਰਜ਼ਿਆਂ ਦੀ ਸਥਿਤੀ ਇਹ ਹੋ ਗਈ ਆ ਲੋਧੀ ਨਗਰ ਸਾਹਿਬ, ਜਿਹੜਾ ਬੈਂਕ ਦੇ ਵਿੱਚ ਕੋਈ ਕਰਜ਼ਾ ਲੈਣ ਜਾਂਦਾ, ਜਿਹੜਾ ਇੱਕ ਸਿਬਲ ਹੁੰਦਾ ਵਾ, ਉਹ ਇਹੋ ਜਿਹਾ ਡਿਫੈਕਟਿਵ ਹੋ ਗਿਆ ਕਿ ਉਹ ਪਰਿਵਾਰ ਪਹਿਲਾ ਕਰਜ਼ਾ ਦੇ ਕੀ ਮਾਫ ਕਰਨਾ, ਉਹ ਗਾਂ ਤਾਂ ਜ਼ਿੰਦਗੀ ਕਰਜ਼ਾ ਨਹੀਂ ਲੈ ਸਕਦਾ। ਇੰਨੀ ਸਥਿਤੀ ਮਾੜੀ ਹੋ ਗਈ ਹੈ ਤੇ ਸਾਰਾ ਪੰਜਾਬ ਦਾ ਯੂਥ ਸਾਰਾ ਹੀ ਬਾਹਰ ਚਲ ਗਿਆ। ਔਰ ਜਿਹੜੇ ਹਾਲਾਤ ਕਦੀ ਇਸ ਇਲਾਕੇ ਹੁਸ਼ਿਆਰਪੁਰ ਦੇ ਤੇ ਇਸ ਦੁਆਬੇ ਦੀ ਬੈਲਟ 'ਚ ਹੁੰਦੇ ਸੀ ਨਾ, ਵੀ ਘਰਾਂ ਦੇ ਵਿੱਚ ਖੁੰਡੀਆਂ ਵਾਲੇ ਬਜ਼ੁਰਗ ਤੇ ਜਾਂ ਸਿਰਫ ਲੇਡੀਜ਼ ਘਰਾਂ ਦੇ ਵਿੱਚ ਰਹਿੰਦੀਆਂ ਸੀ, ਬਾਕੀ ਸਾਰੇ ਹੀ ਇੱਥੋਂ ਬਾਹਰ ਚਲੇ ਗਏ ਸੀ। ਉਹੀ ਸਥਿਤੀ ਸਾਡੀ ਇਸ ਮਾਝੇ ਦੀ ਜਾਂ ਬਾਕੀ ਪੰਜਾਬ ਦੇ ਬਾਕੀ ਹਿੱਸੇ ਦੀ ਆਉਣ ਵਾਲੀ ਹੈ। ਕਿਸੇ ਦੇ ਘਰ ਦੇ ਵਿੱਚ ਕੋਈ ਖੁਸ਼ੀ ਕਮੀ ਹੋ ਜਾਵੇ, ਸਾਡੇ ਬੱਚੇ ਬਾਹਰੋਂ ਨਹੀਂ ਆ ਸਕਦੇ। ਸਾਡੇ ਕਿਸੇ ਬੱਚੇ ਦਾ ਜੀ ਕਰਦਾ ਕਿ ਉਹ ਬਾਹਰ ਚਲੇ ਜੇ, ਆਪਣੇ ਮਾਪਿਓ ਨੂੰ ਛੱਡ ਕੇ, ਬਜ਼ੁਰਗ ਮਾਪਿਓ ਹੁੰਦੇ ਆ ਉਹਨਾਂ ਨੂੰ ਛੱਡ ਕੇ ਜਾਂਦਾ, ਸਿਰਫ ਔਰ ਸਿਰਫ ਆਪਣਾ ਫਿਊਚਰ ਬਣਾਉਣ ਵਾਸਤੇ। ਸਾਡੀ ਵੇਖੋ ਹਾਲਾਤ ਇਦਾਂ ਦੇ ਆ, ਸਰਕਾਰ ਤੁਹਾਡੀ ਆ ਜਾਣੀ ਆ, ਤੁਹਾਨੂੰ ਮਾਣ ਸਤਿਕਾਰ ਵੀ ਮਿਲਣਾ। ਜਿਹੜਾ ਸਾਡਾ ਆਉਣ ਵਾਲਾ ਯੂਥ ਹੈ ਨਾ, ਉਹਨੂੰ ਸਾਂਭਣ ਦੀ ਲੋੜ ਹੈ। ਸਾਡੀ ਤਾਂ ਲੰਘ ਗਈ ਆ, ਹੁਣ ਇਹਨਾਂ ਦੇ ਫਿਊਚਰ ਦੀ ਲੋੜ ਆ ਸਾਨੂੰ। ਮੈਂ ਇਹਨਾਂ ਹੀ ਸ਼ਬਦਾਂ ਨਾਲ ਜਿੱਥੇ ਤੁਹਾਡਾ ਧੰਨਵਾਦ ਕਰਦਾ, ਉੱਥੇ ਇਹਨਾਂ ਦਾ ਵੀ ਧੰਨਵਾਦੀ ਆ ਕਿ ਇਹਨਾਂ ਨੇ ਇਸ ਵੇਲੇ ਸਮਾਂ ਕੱਢਿਆ। ਤੇ ਜਿਸ ਤਰ੍ਹਾਂ ਤੁਸੀਂ ਪਲੈਨਿੰਗ ਕਰ ਲਓ, ਦਿੱਲੀ ਦੇ ਜਿਹੜੇ ਸਾਡੇ ਕਿਸਾਨ ਉੱਥੇ ਮੋਰਚੇ 'ਚ ਬੈਠੇ ਆ, ਉਹਨਾਂ ਨਾਲ ਵੀ ਤੁਹਾਡੀ ਸਲਾਹ ਮਸ਼ਵਰਾ ਹੋਣਾ ਵੀ ਕਦੋਂ ਤੁਸੀਂ ਕੰਪੇਨ ਸ਼ੁਰੂ ਕਰਨੀ ਆ। ਜਿੱਥੇ ਜਿੱਥੇ ਡਿਊਟੀ ਲਾਓਗੇ ਉਹ ਡਿਊਟੀ ਭੁਗਤਾਵਾਂਗੇ। ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਤੁਸੀਂ ਟਾਈਮ ਕੱਢਿਆ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਲਖਬੀਰ ਸਿੰਘ ਜੀ ਬਾਦਲ ਜਿੰਦਾਬਾਦ, ਸਰਦਾਰ ਲਖਬੀਰ ਸਿੰਘ ਜੀ ਲੋਧੀ ਨਗਰ ਜਿੰਦਾਬਾਦ, ਅਕਾਲੀ ਦਲ ਜਿੰਦਾਬਾਦ। ਹੁਣ ਮੈਂ ਭਾਜੀ ਉਹਨਾਂ ਨੂੰ ਕਹਿਣਾ ਵਾ ਵੀ ਤੁਸੀਂ ਵੀ ਆਓ ਤੇ ਇਹਨਾਂ ਨੂੰ ਆਪਣੇ ਵਿਚਾਰ ਪੇਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਤੁਸੀਂ ਇਸ ਵੇਲੇ ਟਾਈਮ ਕੱਢ ਕੇ ਆਏ ਜੇ, ਮੈਨੂੰ ਆਪਣੇ ਦਰਸ਼ਨ ਦੇਣ ਦਾ ਤੁਸੀਂ ਮੌਕਾ ਦਿੱਤਾ। ਮੇਰਾ ਛੋਟਾ ਵੀਰ ਸੰਦੀਪ ਤੁਹਾਡੇ ਰੂਬਰੂ ਹੋ ਕੇ ਗਏ ਨੇ, ਸਰਪੰਚ ਸਾਹਿਬ ਬੋਲ ਕੇ ਗਏ ਨੇ, ਸਾਡੇ ਸੰਮਤੀ ਮੈਂਬਰ ਸਾਹਿਬ ਨੇ ਆਪਣੇ ਮਲਬਲੇ ਜਿਹੜੇ ਉਹ ਦੱਸੇ ਆ, ਔਰ ਕਮਰਾ ਜੀ ਹੋਣੀ, ਥਾਮਸ ਜੀ ਹੋਣੀ, ਸਾਥੀ ਸਾਡੇ ਜਿਹੜੇ ਨੇ, ਉਹਨਾਂ ਤੁਹਾਡੇ ਰੂਬਰੂ ਆਪਣੀ ਗੱਲ ਆਇਆ ਸੀ। ਮੈਂ ਅੱਜ ਜਾਗਰਣ ਦੇ ਵਾਸਤੇ ਰਣਦੇਵ ਵੀਰ ਨੇ ਕਿਹਾ ਸੀ, ਪਰ ਆ ਪਹਿਲੀ ਇਲੈਕਸ਼ਨ ਦੀ ਮੀਟਿੰਗ ਜਿਹੜੀ ਆ ਉਹ ਤੁਸੀਂ ਕੀਤੀ ਆ, ਕਿਉਂਕਿ ਇਹ ਪਹਿਲੀ ਮੈਂ ਸਮਝਦਾ ਵਿਲੇਜ ਦੇ ਵਿੱਚ ਮੀਟਿੰਗ ਜਿਹੜੀ ਆ ਜਿਹਨੂੰ ਤੁਸੀਂ ਇਲੈਕਸ਼ਨ ਕੰਪੇਨ ਦਾ ਰੂਪ ਦਿੱਤਾ ਆ।
ਕਈ ਵਾਰ ਸੋਚਦਾ ਆ, ਮੈਂ ਅੱਗੇ ਅੰਦਰ ਵੀ ਬੈਠਾ ਗੱਲ ਕਰਨ ਰਿਹਾ ਸੀ ਕਿ ਜਿੰਨਾ ਪਿਆਰ ਮਾਣ ਸਤਿਕਾਰ ਇਲਾਕੇ ਵਾਲੇ ਤੁਸੀਂ ਦੇ ਰਹੇ ਜੇ, ਉਹਦਾ ਸ਼ਬਦਾਂ ਵਿੱਚ ਧੰਨਵਾਦ ਕਰਨ ਵਾਸਤੇ ਸ਼ਬਦ ਨਹੀਂ ਲੱਭਦੇ। ਅਜੇ ਸਾਹਿਬ ਨਾਲ ਰੋਜ਼ ਗੱਲਾਂ ਕਰਦੇ ਰਹੀਦਾ, ਜ਼ਿੰਦਗੀ ਭਰਾਓ ਬਹੁਤ ਛੋਟੀ ਆ, ਜਿਹੜੀ ਸਕਿੰਟਾਂ ਵਾਲੀ ਸੂਈ ਆ ਨਾ, ਇਹਦੀ ਮਾਰ ਦਾ ਪਤਾ ਨਹੀਂ ਲੱਗਦਾ। ਤੇ ਜਿਹੜਾ ਆਪਣੀ ਜ਼ਿੰਦਗੀ 'ਚ ਇਸ ਸਮੇਂ ਨੂੰ ਠੀਕ ਵਰਤਦਾ ਆ, ਉਹ ਇਸ ਜ਼ਿੰਦਗੀ ਦੀ ਬੜੀ ਵੱਡੀ ਕਮਾਈ ਕਰ ਜਾਂਦਾ। ਮੈਂ ਮੈਂਬਰ ਪੰਚਾਇਤ ਤੋਂ ਤੁਰ ਕੇ ਐਮਐਲਏ ਬਣਿਆ। ਮੇਰਾ ਕੋਈ ਪਿਓ ਐਮਐਲਏ ਨਹੀਂ ਸੀ, ਮੇਰਾ ਦਾਦਾ ਐਮਐਲਏ ਨਹੀਂ ਸੀ। ਮੈਂ ਸਖਤ ਮਿਹਨਤ ਕਰਕੇ ਔਖੇ ਸਮਿਆਂ 'ਚ ਲੋਕਾਂ ਨਾਲ ਨਿਭ ਕੇ ਪੂਰੀ ਜਦੋਜਹਿਦ ਕਰਕੇ ਔਰ ਏਡੇ ਵੱਡੇ ਵੱਡੇ ਲੀਡਰਾਂ ਦਾ ਦਬਾਅ ਜੋ ਮੇਰੇ ਤੇ ਸੀ ਵੀ ਇਹਨੂੰ ਉੱਠਣ ਨਹੀਂ ਦੇਣਾ, ਉਹ ਵੀ ਝੱਲ ਕੇ ਇਹ ਖਾਸ ਕਰਕੇ ਗਰੀਬ ਜਨਤਾ ਦੀ ਜਿਹੜੀ ਮੈਨੂੰ ਸਪੋਰਟ ਸੀ, ਉਹਦੇ ਨਾਲ ਮੈਂ ਅੱਜ ਤੁਹਾਡੇ ਸਾਹਮਣੇ ਐਮਐਲਏ 2 ਵਾਰ ਬਣਿਆ ਆ। ਜਿਵੇਂ ਸੰਦੀਪ ਨੇ ਦੱਸਿਆ 85 'ਚ ਮੈਂ ਆਜ਼ਾਦ ਇਲੈਕਸ਼ਨ ਲੜੀ, ਉਦੋਂ ਥੋੜੀਆਂ ਜਿਹੀਆਂ ਵੋਟਾਂ ਤੇ ਮੈਂ ਰਹਿ ਗਿਆ। 91 'ਚ ਬਹੁਤ ਪ੍ਰੈਸ਼ਰ ਸੀ ਔਰ ਮੈਂ ਬਹੁਤ ਵੱਡੀ ਲੀਡ ਨਾਲ ਜਿੱਤ ਰਿਹਾ ਸੀ। ਇਲੈਕਸ਼ਨ ਜਿਹੜੀ ਆ ਕੈਂਸਲ ਹੋ ਗਈ, ਜਿਹੜੀ ਬਾਦਲ ਸਾਹਿਬ ਦੀ ਗੱਲ ਸੰਦੀਪ ਨੇ ਤੁਹਾਨੂੰ ਦੱਸੀ ਆ। ਤੁਸੀਂ ਸਾਰੇ ਕੋਸ਼ਿਸ਼ ਕਰੋ ਤੁਹਾਡੇ ਪਿਆਰ ਦੇ ਸਦਕਾ ਮੈਂ ਇਨਸਾਨ ਬਣਿਆ ਰਵਾਂ। ਤਾਕਤਾਂ ਜਿਹੜੀਆਂ ਨੇ, ਕੋਈ ਲੋਕਾਂ ਦੇ ਪਿਆਰ ਨਾਲੋਂ ਦੁਨੀਆ ਵਿੱਚ ਕੋਈ ਵੱਡੀ ਤਾਕਤ ਨਹੀਂ ਮੈਂ ਸਮਝਦਾ। ਮੈਂ ਆਪੋਜੀਸ਼ਨ ਦਾ ਐਮਐਲਏ ਆ, 5 ਸਾਲ ਦੇ ਵਿੱਚ ਮੈਂ ਸਮਝਦਾ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਪਈ ਕਿ ਮੇਰੀ ਗੱਲ ਨੂੰ ਮੋੜ ਜਾਵੇ। ਮੈਨੂੰ ਰਾਤ ਬਰਾਤੇ ਅਫਸਰ ਜਾ ਕੇ ਮਿਲ ਕੇ ਵੀ ਆਉਂਦੇ ਰਹੇ ਆ ਵੀ ਤੁਸੀਂ ਲੋਧੀ ਨੰਗਲ ਸਾਹਿਬ ਸਾਨੂੰ ਟੈਲੀਫੋਨ ਤੇ ਦੱਸ ਦਿਆ ਕਰੋ, ਤੁਹਾਡੀ ਗੱਲ 'ਚ ਬੜਾ ਵਜਨ ਹੁੰਦਾ ਆ, ਅਸੀਂ ਤੁਹਾਡੀ ਗੱਲ ਮੋੜਦੇ ਨਹੀਂ। ਇਹ ਸਰਕਾਰ ਵਾਲੇ ਜਿਹੜੇ ਨੇ ਬੜਾ ਔਖਾ ਮਹਿਸੂਸ ਕਰਦੇ ਨੇ, ਇਸ ਕਰਕੇ ਅਸੀਂ ਤੁਹਾਨੂੰ ਸ਼ਾਮ ਨੂੰ ਮਿਲਣ ਵਾਸਤੇ ਆ ਜਾਂਦੇ ਆ। ਇਹ ਕਿਉਂ ਆ? ਸੱਚਾਈ ਦੇ ਨਾਲ ਚੱਲੀਦਾ। ਹੌਸਲਾ 1-2 ਵਾਰ ਮੇਰੀ ਗੱਲ ਹੋਈ ਆ, ਚੰਗੇ ਚੰਗੇ ਬੰਦਿਆਂ ਦੀ ਲੋੜ ਆ, ਜਿਹੜੇ ਆਪਣੇ ਮਤਲਬ ਤੋਂ ਉੱਪਰ ਉੱਠ ਕੇ ਕੋਈ ਸਮਾਜ ਦੀ ਗੱਲ ਕਰਨ। ਉਹ ਆਪਣੇ ਜਿਹੜੇ ਕਿੱਤੇ ਨੇ, ਜਿਸ ਤਰ੍ਹਾਂ ਕਿਸਾਨੀ ਦਾ ਕਿੱਤਾ ਆ, ਸਾਡੇ ਮਜ਼ਦੂਰਾਂ ਦਾ ਕਿੱਤਾ ਆ, ਛੋਟੇ ਦੁਕਾਨਦਾਰਾਂ ਦਾ ਕਿੱਤਾ ਆ, ਸਾਡੇ ਛੋਟੇ ਛੋਟੇ ਕਾਰੋਬਾਰ ਜਿਹੜੇ ਨੇ, ਉਹਨਾਂ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਅੱਜ ਘਰ-ਬਾਰ ਵੇਚ ਕੇ ਬਾਹਰ ਜਾ ਰਹੀ ਆ, ਉਸ ਦਾ ਕੋਈ ਫਿਊਚਰ ਜਿਹੜਾ ਠੀਕ ਕੀਤਾ ਜਾਵੇ। ਬੜੀਆਂ ਵੱਡੀਆਂ ਸੋਚਾਂ ਦੀ ਲੋੜ ਆ ਔਰ ਬੜੀ ਵੱਡੀ ਮਿਹਨਤ ਦੀ ਲੋੜ ਆ। ਉਹ ਤਦ ਕਰ ਸਕਦੇ ਆ ਜੇ ਅਸੀਂ ਠੀਕ ਬੰਦਿਆਂ ਦੀ ਚੋਣ ਕਰੀਏ। ਮਾਫ ਕਰਨਾ, ਇਲੈਕਸ਼ਨਾਂ ਆਉਂਦੀਆਂ ਨੇ, ਇਲੈਕਸ਼ਨਾਂ ਫਿਰ ਦਾਰੂ ਦੇ ਹੜ ਵਿੱਚ ਰੁੜ ਜਾਂਦੀਆਂ ਨੇ, ਕਰਪਸ਼ਨ ਦੇ ਹੜ ਵਿੱਚ ਰੁੜ ਜਾਂਦੀਆਂ ਨੇ। ਚੰਗੇ ਬੰਦੇ ਜਿਹੜੇ ਆ ਫਿਰ ਰਹਿ ਜਾਂਦੇ ਆ, ਉਸ ਕਰਪਸ਼ਨ ਦੇ ਯੁੱਗ ਵਿੱਚ ਰੁੜ ਜਾਂਦੇ। ਪਰ ਮੈਨੂੰ ਬੜੀ ਖੁਸ਼ੀ ਆ, ਬਟਾਲੇ ਦੇ ਵਿੱਚ ਮੇਰੇ 70 ਪਿੰਡ ਸਨ। 9,500 ਤੇ ਸ਼ਹਿਰ ਦੇ ਵਿੱਚੋਂ ਮੈਂ ਡਾਊਨ ਸਾਂ, 9 ਰਾਉਂਡ ਸ਼ਹਿਰ ਦੇ ਸੀ, 4 ਪਿੰਡਾਂ ਦੇ ਸੀ। ਕਿਉਂਕਿ ਸ਼ਹਿਰ ਦੀ ਡਿਵੈਲਪਮੈਂਟ ਕਮੇਟੀ ਦੇ ਵੱਸ ਸੀ। ਕਮੇਟੀ ਸਾਡੀ ਬਣੀ ਬਣੀ ਸਾਡੇ ਬੰਦਿਆਂ ਦੀ ਕਿਰਪਾ ਨਾਲ ਖੁਸ਼ ਗਈ। ਉੱਥੇ ਤੇ ਦਖਲਅੰਦਾਜ਼ੀ ਕੀਤੀ ਨਹੀਂ ਸੀ ਜਾ ਸਕਦੀ, ਪਰ 70 ਪਿੰਡਾਂ ਦੇ ਵਿੱਚ ਮੈਂ ਬਹਿ ਕੇ ਡਿਵੈਲਪਮੈਂਟ ਸਾਥੀਆਂ ਨੂੰ ਕਹਿ ਕੇ ਕਰਵਾਈ। 17 ਪਿੰਡਾਂ ਚੋਂ 10,000 ਵੋਟ ਜਿਹੜੀ ਆ ਲੋਕਾਂ ਨੇ ਵਧਾ ਕੇ 9,500 ਨੂੰ ਲਾ ਕੇ ਤੇ 450 ਵੋਟ ਤੇ 500 ਦੇ ਵਿਰੁੱਧ ਜਿੱਤਾ। ਨਾਲ ਸਭ ਤੋਂ ਵੱਡੀ ਗੱਲ ਪੰਜਾਬ ਦੀ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ 17 ਪਿੰਡਾਂ ਨੇ ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਹੋਈ ਨਾ, ਮੈਨੂੰ ਉਹਨਾਂ ਕਿਹਾ ਲੋਧੀ ਨੰਗਲ ਤੂੰ ਹੁਣ ਪਿੰਡਾਂ 'ਚ ਨਹੀਂ ਆਉਣਾ, ਤੂੰ 5 ਸਾਲ 1 ਲੱਤ ਤੇ ਖਲੋ ਕੇ ਸਾਡੀ ਸੇਵਾ ਕੀਤੀ ਆ, ਹੁਣ ਅਸੀਂ ਜਾਣੀਏ ਸਾਡਾ ਕੰਮ ਜਾਣੇ
ਔਰ ਤਕਾਲ ਸਿੰਘਾਂ ਦਾ ਵੇਲਾ 17 ਪਿੰਡਾਂ 'ਚ ਕਿਸੇ ਨੇ ਮੇਰੇ ਕੋਲ ਪਾਣੀ ਦਾ ਗਲਾਸ ਨਹੀਂ ਮੰਗਿਆ। ਮਿਸਾਲ ਜਿਹੜੀ ਆ ਜਦੋਂ ਮੈਂ ਦੇਣਾ ਆ ਜਾ ਕੇ ਕਈਆਂ ਹਲਕਿਆਂ 'ਚ ਤੇ ਲੋਕ ਹੈਰਾਨ ਹੋ ਜਾਂਦੇ ਆ। ਇਹ ਕਿਉਂ ਆ? ਆਪਾਂ ਦੂਜਿਆਂ ਨੂੰ ਠੀਕ ਕਰਨ ਤੇ ਲੱਗੇ ਆ, ਆਪਣੇ ਆਪ ਨੂੰ ਠੀਕ ਨਹੀਂ ਕਰਦੇ। ਸਾਰੇ ਕੋਸ਼ਿਸ਼ ਕਰੋ ਕਿ ਅਸੀਂ ਆਪ ਠੀਕ ਹੋ ਜਾਈਏ। ਜਦੋਂ ਆਪਾਂ ਆਪ ਠੀਕ ਹੋਣ ਵਾਲੇ ਬੰਨੇ ਪੈ ਜਾਾਂਗੇ ਤੇ ਸਾਰੇ ਬੰਦੇ ਇਹਦੇ ਤੇ ਆਪਾਂ ਅਮਲ ਕਰਾਂਗੇ ਤੇ ਫਿਰ ਸਾਰੇ ਠੀਕ ਹੋ ਜਾਣਗੇ। ਇੱਕ ਦੂਜੇ ਦੀ ਮਦਦ ਕਰੀਏ, ਇੱਕ ਦੂਜੇ ਨਾਲ ਪਿਆਰ ਕਰੀਏ, ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੀਏ ਤੇ ਮੈਂ ਸਮਝਣਾ ਆ ਫਿਰ ਸਤਿਯੁਗ ਤੁਹਾਡੇ ਸਾਹਮਣੇ ਨਜ਼ਰ ਆਉਂਦਾ। ਤੇ ਜੇ ਇੱਕ ਦੂਜੇ ਦੀਆਂ ਲੱਤਾਂ ਖਿੱਚੀਏ, ਇੱਕ ਦੂਜੇ ਦਾ ਬੁਰਾ ਕਰੀਏ, ਦੂਜੇ ਨੂੰ ਫਸਾਉਣ ਦੀ ਕੋਸ਼ਿਸ਼ ਕਰੀਏ ਤੇ ਫਿਰ ਕਲਯੁਗ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ। ਮੈਂ ਇਨਸਾਫ ਦੀ ਜ਼ਿੰਦਗੀ ਜੀਣ ਵਾਲਾ ਵਿਅਕਤੀ ਆ। ਮੈਂ ਤੁਹਾਨੂੰ ਇੱਕੋ ਗੱਲ ਦੀ ਗਰੰਟੀ ਦਿੰਦਾ ਆ ਕਿ ਤੁਸੀਂ ਆਉਣ ਵਾਲੇ ਸਮੇਂ ਵਾਸਤੇ ਤਕੜਿਆ ਹੋ ਕੇ ਮਿਹਨਤ ਕਰੋ। 5 ਸਾਲ ਬੇਫਿਕਰੀ ਦੀ ਜ਼ਿੰਦਗੀ ਜੀਓਗੇ। ਨਾ ਮੈਂ ਵੱਢ ਕੇ ਛੱਬੀਆਂ ਬਣਾਉਣ ਦੇਣਾ, ਨਾ ਮੈਂ 2 ਬੰਦੇ ਲੜ ਪੈਣ ਤੇ ਤੀਜਾ ਲਿਖਾਉਣ ਦੇਣਾ ਆ, ਨਾ ਮੈਂ ਕਰਪਸ਼ਨ ਵਾਲੇ ਅਫਸਰਾਂ ਨੂੰ ਲਾਗੇ ਲੱਗਣ ਦੇਣਾ ਆ। ਇਹ ਮੇਰੀ ਥਿਊਰੀ ਆ। ਇਸ ਥਿਊਰੀ ਦੇ ਨਾਲ ਪਿਛਲੇ 5 ਸਾਲਾਂ 'ਚ ਬਟਾਲੇ ਜਾ ਕੇ ਵੇਖ ਲਓ, ਮੈਂ ਇੱਕ ਪਰਚਾ ਨਹੀਂ ਹੁੰਦਾ। ਲੋਧੀ ਨੰਗਲ ਸਾਹਿਬ ਜਿੰਦਾਬਾਦ, ਲੋਧੀ ਨੰਗਲ ਸਾਹਿਬ ਜਿੰਦਾਬਾਦ। ਨਾਲ ਮੈਂ ਕਬਜ਼ਾ ਨਹੀਂ ਇੱਕ ਮਰਲੇ ਤੇ ਹੋ ਸਕਦਾ। ਗੱਲ ਨਾ ਹੋਵੇ, ਹਰ ਇੱਕ ਬੰਦੇ ਨੂੰ ਘਰ ਬੈਠਿਆਂ ਇਨਸਾਫ ਮਿਲੇ। ਰੋਟੀ ਤੁਸੀਂ ਆਪਣੀ ਕਮਾਉਣੀ ਆ, ਆਪਣੀ ਖਾਣੀ ਆ। ਤਹਿਸੀਲਦਾਰ ਤੇ ਮੈਂ ਲਾ ਨਹੀਂ ਦੇਣਾ ਕਿਸੇ ਨੂੰ। ਸਿਰਫ ਤੁਹਾਡੇ ਹੱਕਾਂ ਦੀ, ਹਿੱਤਾਂ ਦੀ ਰਾਖੀ ਕਰਨਾ ਮੇਰੀ ਜ਼ਿੰਮੇਵਾਰੀ ਆ। ਉਹਦੇ ਬਾਰੇ ਤੁਹਾਨੂੰ ਗਰੰਟੀ ਦੇਣਾ ਕਿ ਤੁਹਾਨੂੰ ਕੋਈ ਬੰਦਾ ਵੀ ਮੇਰੇ ਕੋਲ ਆਵੇ, ਸਵੇਰੇ ਆ ਜੇ, ਸ਼ਾਮ ਆ ਜੇ, ਹਰ ਇੱਕ ਦੀ ਗੱਲ ਅੱਜ ਤੱਕ ਸੁਣਦੇ ਰਹੇ ਆ। ਸੱਚੇ ਪਾਤਸ਼ਾਹ ਸਾਨੂੰ ਤੰਦਰੁਸਤੀ ਦੇਵੇ, ਅਸੀਂ ਸੁਣਦੇ ਰਹੀਏ ਤੇ ਤੁਹਾਡੀਆਂ ਸੀਸਾਂ ਲੈਂਦੇ ਰਹੀਏ। ਇਧਰੋਂ ਵੱਧ ਜ਼ਿੰਦਗੀ ਦਾ ਮਿਸ਼ਨ ਕੋਈ ਨਹੀਂ। ਨਾ ਕੋਈ ਸਾਡਾ ਕਰਪਸ਼ਨ ਕਰਨ ਦਾ ਪ੍ਰੋਗਰਾਮ ਆ, ਨਾ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਆ। ਸੱਚੀ ਸੁੱਚੀ ਸੇਵਾ ਦੇ ਹੱਕ ਵਿੱਚ ਆ, ਅੱਗੇ ਕਰਦੇ ਰਹੇ ਆ। ਸਾਡਾ ਜ਼ਿੰਦਗੀ ਦਾ ਸਰਟੀਫਿਕੇਟ ਆ ਲੋਕਾਂ ਦੇ ਕੋਲ। ਇਲੈਕਸ਼ਨਾਂ 'ਚ ਆ ਕੇ ਸਾਰੇ ਬੰਦੇ ਕਹੀ ਜਾਣਗੇ ਮੈਂ ਬੜਾ ਸੁੱਚਾ ਤੇ ਸੱਚਾ ਆ, ਪਰ ਜਿੰਨਾ ਚਿਰ ਉਹਦੇ ਪਿਛੋਕੜ ਨੂੰ ਫੋਲ ਕੇ ਨਾ ਵੇਖੀਏ ਉਹਨਾਂ ਚਿਰ ਪਤਾ ਨਹੀਂ ਲੱਗਦਾ। ਆਪਾਂ ਨੂੰ ਛਾਣਬੀਣ ਕਰਕੇ ਬੰਦੇ ਦੀ ਸਿਲੈਕਸ਼ਨ ਕਰਨੀ ਚਾਹੀਦੀ ਆ ਜਿਹਨੇ 5 ਸਾਲ ਤੁਹਾਡੇ ਹੱਕਾਂ ਹਿੱਤਾਂ ਵਾਸਤੇ ਲੜਾਈ ਲੜਨੀ ਆ। ਤੇ ਜੇ ਆਪਾਂ ਅੱਖਾਂ ਮੀਟ ਕੇ ਹੀ ਫੈਸਲਾ ਕਰ ਲਾਂਗੇ ਤੇ ਕੈਪਸੂਲਾਂ ਦੀ ਬਣੀ ਸ਼ਰਾਬ ਜਿਹੜੀ ਆ ਉਹ 4 ਦਿਨ ਪੀ ਕੇ ਮੁੜ ਕੇ ਗੁਰਦਿਆਂ ਵਾਲੇ ਹਸਪਤਾਲ 'ਚ ਡਿੱਗੇ ਰਹਿਣਾ ਤੇ ਫਿਰ ਬੋਲੋ ਰਾਮ ਜਿਹੜਾ ਹੋ ਜਾਂਦਾ ਆ, ਫਿਰ ਉਹਦਾ ਫਾਇਦਾ ਕੋਈ ਨਹੀਂ ਰਹਿੰਦਾ। ਉਹ ਰੱਬ ਤੁਹਾਡਾ ਭਲਾ ਕਰੇ, ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੁਸੀਂ ਤੰਦਰੁਸਤ ਰਹੋ, ਇਕੱਠੇ ਰਹੋ, ਪਿਆਰ ਨਾਲ ਰਹੋ, ਸਲਾਹ ਨਾਲ ਚੱਲੋ, ਇੱਕ ਦੂਜੇ ਦੀ ਮਦਦ ਕਰੋ ਤੇ ਸਾਡੇ ਕੋਲੋਂ ਧੌਣ ਤੇ ਹੱਥ ਦੇ ਕੇ ਆਪਣੇ ਹੱਕਾਂ ਤੇ ਹਿੱਤਾਂ ਵਾਸਤੇ ਆਪਣੀ ਮੰਗਾਂ ਜਿਹੜੀਆਂ ਉਹਨੂੰ ਪ੍ਰਵਾਨ ਕਰੋ। ਮੈਂ ਤੁਹਾਨੂੰ ਇਸ ਰਾਏ ਦਾ ਆਦਮੀ ਆ। ਸੋ ਮੈਨੂੰ ਆਸ ਆ ਬੜੇ ਬੜੇ ਵਧੀਆ ਬੰਦੇ ਮੈਨੂੰ ਇਸ ਹਲਕੇ 'ਚ ਕਈ ਸੱਜਣ ਮਿਲ ਰਹੇ ਨੇ ਜਿਨ੍ਹਾਂ ਦੇ ਪ੍ਰਤੀ ਮੇਰਾ ਨਜ਼ਰੀਆ ਆ। ਉਹ ਮੈਂ ਸੰਦੀਪ ਬੈਠਾ ਆ, ਰਣਦੇਵ ਮੇਰੇ ਵੀਰ ਬੈਠੇ ਨੇ, ਸਾਰੇ ਜੀ ਸਾਹਿਬ, ਅਸੀਂ ਸਾਰੇ ਸਲਾਹ ਕਰਾਂਗੇ। ਆਉਣ ਵਾਲੇ ਸਮੇਂ 'ਚ ਚੰਗੀ ਪਲੈਨਿੰਗ ਕਰਾਂਗੇ, ਠੀਕ ਫੈਸਲੇ ਹੋਣਗੇ। ਕਿਸੇ ਨੂੰ ਇਸ ਤਰ੍ਹਾਂ ਨਹੀਂਗਾ ਵੀ ਜਿਹੜਾ ਕੋਈ ਐਸਾ ਬੰਦਾ ਹੈ ਉਹਨੂੰ ਤੁਹਾਡੇ ਉੱਤੇ ਚੜਾ ਦਈਏ, ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ। ਪੂਰੀ ਛਾਣਬੀਣ ਨਾਲ ਜਿੰਨੇ ਜੋਗਾ ਕੋਈ ਆ ਉਨੀ ਉਹਨੂੰ ਜ਼ਿੰਮੇਵਾਰੀ ਦੇ ਕੇ ਉਹਦੇ ਤੇ ਫਿਕਸ ਕਰਾਂਗੇ ਜ਼ਿੰਮੇਵਾਰੀ, ਤਾਂ ਕਿ ਲੋਕੀ ਜਿਹੜੇ ਨੇ ਉਹਨਾਂ ਦੀ ਸੇਵਾਵਾਂ ਲੈ ਸਕਣ, ਤੁਹਾਨੂੰ ਭੱਜ ਨੱਸ ਨਾ ਕਰਨੀ ਪਵੇ। ਇਹ ਮੇਰੀ ਪ੍ਰੋਗਰਾਮ ਆ। ਬਾਕੀ ਜਦੋਂ ਫਿਰ ਆਪਾਂ ਅਗਲੀਆਂ ਮੀਟਿੰਗਾਂ ਕਰਾਂਗੇ, ਅੱਜ ਤੇ ਇੰਨੇ ਮੇਰੇ ਲਫ਼ਜ਼ ਪ੍ਰਵਾਨ ਕਰਨਾ। ਇੱਕੋ ਗੱਲ ਦਾ ਯਕੀਨ ਦਿਵਾਉਣਾ ਕਿ ਜੋ ਕਹਾਂਗਾ ਮੈਂ ਉਹ ਕਰਾਂਗਾ। ਜਿਹੜਾ ਕੰਮ ਹੋ ਸਕਦਾ ਤੁਹਾਨੂੰ ਮੂੰਹ ਤੇ ਦੱਸਾਂਗਾ ਵੀ ਆ ਮੈਂ ਤੁਹਾਡਾ ਕਰ ਸਕਦਾ, ਜਿਹੜਾ ਨਹੀਂ ਕਰ ਸਕਦਾ ਤੁਹਾਡੇ ਮੂੰਹ ਤੇ ਦੱਸਾਂਗਾ ਮੈਂ ਨਹੀਂ ਕਰ ਸਕਦਾ। ਯਤਨ ਹਰ ਕੰਮ ਲਈ ਤੁਹਾਡੇ ਲਈ ਕਰਾਂਗਾ। ਕਿਸਮਤ ਤੁਹਾਡੀ ਕਿ ਤੁਹਾਡਾ ਕੰਮ ਕਿੰਨਾ ਸਿਰੇ ਚੜ੍ਹਦਾ, ਜਿਹੜਾ ਮੇਰੇ ਕਰਨ ਵਾਲਾ ਮੈਂ ਨਾਲ ਜਾ ਕੇ ਵੀ ਕਰਵਾਵਾਂਗਾ। ਇਹ ਮੇਰਾ ਜ਼ਿੰਦਗੀ ਦਾ ਹਿੱਸਾ ਆ ਔਰ ਮੈਨੂੰ ਇਹਦੇ 'ਚ ਖੁਸ਼ੀ ਮਿਲਦੀ ਆ। ਪ੍ਰਮਾਤਮਾ ਤੰਦਰੁਸਤੀ ਦੇਵੇ, ਮੈਂ ਤੁਹਾਡੀ ਸੇਵਾ ਕਰਦਾ ਰਵਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ, ਤੁਸੀਂ ਆਏ ਜੇ। ਬਹੁਤ ਬਹੁਤ ਮਿਹਰਬਾਨੀ। ਮੇਰੇ ਨੌਜਵਾਨ ਵੀਰ ਬੈਠੇ ਨੇ, ਖਲੋਤੇ ਨੇ,
ਕੋਈ ਗਲਤੀ ਹੋਵੇ ਭਾਈ ਬੋਲਦਿਆਂ ਤੇ ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ।